ਇੱਥੇ ਹੀ ਕੱਥੂ ਨੰਗਲ ਦੀ ਧਰਤੀ ਤੇ ਬਾਬਾ ਸੁੱਗਾ ਹਰੰਧਾਵਾ ਜੀ ਮਾਤਾ ਦਇਆ ਕੌਰ ਦੇ ਘਰ 7 ਕੱਤੇ 1506 ਈਸਵੀ ਨੂੰ ਇੱਕ ਬਾਲਕ ਦਾ ਜਨਮ ਹੁੰਦਾ ਹੈ। ਮਾਤਾ ਪਿਤਾ ਨੇ ਨਾਮ ਰੱਖਿਆ ਬੂੜਾ। ਸ਼ੁਰੂ ਤੋਂ ਲੈ ਕੇ ਬੜੇ ਪਿਆਰ ਵਾਲੇ ਸਨ, ਪਰਮਾਤਮਾ ਦੀ ਭਗਤੀ ਵਾਲੇ ਸਨ। ਉਹਨਾਂ ਦੇ ਅੰਦਰ ਧਰਮ ਦੀ ਇੱਕ ਜਗਿਆਸਾ ਸੀ। ਜਦੋਂ ਉਹਨਾਂ ਦੀ ਉਮਰ 12 ਸਾਲ ਦੀ ਹੋਈ ਤੇ ਜਦੋਂ ਘਰੋਂ ਬਾਹਰ ਨਿਕਲੇ ਹਨ, ਬਾਹਰ ਇੱਕ ਰੁੱਖ ਦੇ ਥੱਲੇ ਕੁਝ ਕੋਈ ਗਾ ਰਿਹਾ ਹੈ, ਜਿਹਨੂੰ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਬਾਲਕ ਬੂੜਾ ਜੀ ਆਪਣੇ ਘਰ ਜਾਂਦੇ ਨੇ, ਦੁੱਧ ਦਾ ਇੱਕ ਕਟੋਰਾ, ਇੱਕ ਬਾਟਾ ਲੈ ਕੇ ਆਉਂਦੇ ਹੈ। ਆਣ ਕੇ ਅਰਪਣ ਕਰਦੇ ਹੈ। ਇਹ ਗਾਉਣ ਵਾਲਾ ਕੌਣ ਹੈ? ਗੁਰੂ ਨਾਨਕ ਸਾਹਿਬ ਮਹਾਰਾਜ, ਜਿਹੜੇ ਸ਼ਬਦ ਗਾ ਰਹੇ ਸਨ, ਕੀਰਤਨ ਕਰ ਰਹੇ ਸਨ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇੱਕ ਇੱਕ ਸ਼ਬਦ ਨੂੰ ਸੁਣਿਆ ਮਨ ਅੰਦਰ ਸ਼ਾਂਤੀ ਆਉਂਦੀ ਪਈ ਸੀ, ਮਨ ਨੂੰ ਟਿਕਾ ਮਿਲਦਾ ਪਿਆ ਸੀ। ਬਾਲਕ ਬੂੜੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗਾਇਆ ਸ਼ਬਦ ਸੁਣਿਆ। ਘਰ ਦੇ ਵਿੱਚ ਗਏ, ਦੁੱਧ ਲੈ ਕੇ ਆਏ। ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਰਪਣ ਕੀਤਾ ਤੇ ਨਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰਕੇ ਆਖਿਆ, ਬਾਬਾ ਦੁੱਧ ਛਕ ਲੈ, ਮੈਨੂੰ ਕੋਈ ਰੱਬ ਦੀ ਘਰ ਦੀ ਗੱਲ ਸੁਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਰੱਬ ਦੇ ਘਰ ਦੀ ਗੱਲ? ਤੇਰੀ ਉਮਰ ਕਿੰਨੀ ਹੈ? ਕਹਿਣ ਲੱਗਿਆ, ਜੀ ਮੇਰੀ ਉਮਰ ਹੈ 12 ਸਾਲ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਤੈਨੂੰ ਨਿੱਕੀ ਜੀ ਉਮਰ ਦੇ ਵਿੱਚ, ਜਦੋਂ ਤੇਰੀ ਉਮਰ ਅਜੇ ਖੇਡਣ ਦੀ ਹੈ, ਪੜ੍ਹਨ ਦੀ ਹੈ, ਤੈਨੂੰ ਕਿਵੇਂ ਪਤਾ ਵੀ ਰੱਬ ਦੇ ਘਰ ਦੀ ਵੀ ਕੋਈ ਗੱਲ ਹੁੰਦੀ ਹੈ? ਬਾਲਕ ਬੂੜਾ ਆਖਦਾ ਹੈ, ਕਹਿਣ ਲੱਗਿਆ, ਬਾਬਾ ਮੈਂ ਸੁਣਿਆ ਹੈ ਕਿ ਰੱਬ ਦੀ ਗੱਲ ਸੁਣਨ ਦੇ ਨਾਲ ਮੌਤ ਦਾ ਡਰ ਨਹੀਂ ਰਹਿੰਦਾ, ਮੌਤ ਨਹੀਂ ਆਉਂਦੀ। ਸਤਿਗੁਰੂ ਕਹਿਣ ਲੱਗੇ, 12 ਸਾਲ ਦੀ ਉਮਰ ਵਿੱਚ ਤੇਰੇ ਮਨ ਵਿੱਚ ਮੌਤ ਦਾ ਖਿਆਲ ਕਿਵੇਂ ਆਇਆ? ਆਖਦਾ ਏ, ਕਹਿੰਦਾ ਸਤਿਗੁਰੂ ਇੱਕ ਦਿਨ ਪਿਤਾ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਗਿਆ ਸੀ। ਉੱਥੇ ਹਾਕਮ ਆਏ। ਹਾਕਮ ਕੱਚੀਆਂ ਪੱਕੀਆਂ ਫਸਲਾਂ ਜਿਹੜੀਆਂ ਸੀ ਵੱਢ ਕੇ ਲੈ ਗਏ, ਤੇ ਜਿਹੜੀਆਂ ਫਸਲਾਂ ਅਜੇ ਪੁੰਗਰਦੀਆਂ ਪਈਆਂ ਸੀ ਉਹਨਾਂ ਨੇ ਆਪਣੇ ਘੋੜਿਆਂ ਦੇ ਪੌੜਾਂ ਦੇ ਥੱਲੇ ਮਧੋਲ ਕੇ ਰੱਖ ਦਿੱਤੀਆਂ। ਮੇਰੇ ਮਨ ਅੰਦਰ ਖਿਆਲ ਆਇਆ, ਪਤਾ ਨਹੀਂ ਜਦੋਂ ਜਮਰਾਜ ਆਏਗਾ, ਮੌਤ ਆਏਗੀ, ਕੱਚੀ ਪੱਕੀ ਨਹੀਂ ਵੇਖਦੀ ਉਹਨੇ ਕਦੋਂ ਵੱਢ ਕੇ ਲੈ ਜਾਣੀ ਹੈ। ਸਤਿਗੁਰੂ ਇਸ ਕਰਕੇ ਮੇਰੇ ਅੰਦਰੋਂ ਮੌਤ ਦਾ ਡਰ ਖਤਮ ਕਰ ਦੇਵੋ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਕਹਿਣ ਲੱਗੇ ਤੇਰਾ ਨਾਮ ਕੀ ਹੈ? ਕਹਿਣ ਲੱਗਿਆ, ਜੀ ਬੂੜਾ। ਸਤਿਗੁਰੂ ਕਹਿੰਦੇ, ਬੂੜਾ ਨਹੀਂ, ਤੂੰ ਤੇ ਬੜੀਆਂ ਸਿਆਣਿਆਂ ਵਾਲੀਆਂ, ਬੜੀਆਂ ਬਜ਼ੁਰਗਾਂ ਵਾਲੀਆਂ ਗੱਲਾਂ ਕਰਦਾ ਹੈ, ਇਸ ਕਰਕੇ ਤੂੰ ਸਾਡੇ ਵਾਸਤੇ ਅੱਜ ਤੋਂ ਬੁੱਢਾ ਹੋਵੇਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾਮ ਦਿੱਤਾ ਬੁੱਢਾ। ਸਿੱਖ ਜਗਤ ਦੇ ਵਿੱਚ ਉਹਨੂੰ ਹਮੇਸ਼ਾ ਵਾਸਤੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਸਾਹਿਬ ਕਹਿ ਕੇ ਸਤਿਕਾਰਿਆ ਗਿਆ, ਨਵਾਜਿਆ ਗਿਆ। ਗੁਰਮਤਿ ਦੇ ਵਿੱਚ ਵੈਸੇ ਵੀ ਉਮਰ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਕਿਸ ਉਮਰ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋ ਜਾਵੇ ਇਹ ਕੋਈ ਪਤਾ ਨਹੀਂ ਲੱਗਦਾ। ਇੱਥੇ 7 ਤੇ 9 ਸਾਲ ਦੀਆਂ ਛੋਟੀਆਂ ਜਿੰਦਾਂ ਜਿਹੜੀਆਂ ਸਨ, ਉਹ ਵੀ ਸੂਬੇ ਸਰਹੰਦ ਵਜ਼ੀਰ ਖਾਂ ਵਰਗੇ ਲਲਕਾਰ ਕੇ ਤੇ ਉਹਨੂੰ ਵੰਗਾਰ ਸਕਦੇ ਹੈ। ਇੱਥੇ 5.25 ਸਾਲ ਦੀ ਉਮਰ ਵਿੱਚ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਸਕਦੇ ਹੈ। ਆ ਜਿਹੜੀਆਂ ਦੁਨੀਆ ਨੇ ਮਿੱਥੀਆਂ ਹੋਈਆਂ ਹੱਦਾਂ ਮਿਣੀਆਂ ਕਿ ਜਦੋਂ ਕੋਈ 18 ਸਾਲ ਦਾ ਬੱਚਾ ਹੁੰਦਾ ਹੈ ਉਦੋਂ ਉਹਨੂੰ ਸਾਰੇ ਹੱਕ ਮਿਲਦੇ ਹੈ, ਉਦੋਂ ਹੀ ਉਹ ਵੋਟ ਪਾ ਸਕਦਾ ਭਾਰਤ ਦੇ ਵਿੱਚ, ਉਸ ਤੋਂ ਬਾਅਦ ਹੀ ਉਹ ਕਿਸੇ ਨੌਕਰੀ ਤੇ ਲੱਗ ਸਕਦਾ ਹੈ। 58 ਜਾਂ 60 ਸਾਲ ਦੇ ਨੂੰ ਫੇਰ ਰਿਟਾਇਰਮੈਂਟ ਕਰਕੇ ਘਰ ਤੋਰ ਦਿੱਤਾ ਜਾਂਦਾ ਹੈ। ਗੁਰਮਤਿ ਵਿੱਚ ਐਸਾ ਨਹੀਂ ਹੈ। ਇੱਥੇ ਨਾ ਬਚਪਨ ਹੈ, ਇੱਥੇ ਨਾ ਵਡੇਪਾ ਹੈ। ਇੱਥੇ 95 ਵਰ੍ਹਿਆਂ ਦੀ ਉਮਰ ਵਿੱਚ ਬਾਬਾ ਅਮਰਦਾਸ, ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾ ਸਕਦੇ ਹੈ।
ਤੇ ਇੱਥੇ 5 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾ ਸਕਦੇ। ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ 12 ਸਾਲ ਦੀ ਉਮਰ ਵਿੱਚ ਨਵਾਜਿਆ, ਫਿਰ ਉਹਨਾਂ ਨੇ ਹਮੇਸ਼ਾ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਸਿੱਖੀ ਨੂੰ ਕਮਾਇਆ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਸਤ ਸੰਗਤ ਵਿੱਚ ਜਾਣਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਸੁਣਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਰਹਿ ਕੇ ਸੇਵਾ ਕਮਾਉਣੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ, ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਗਿਆ ਤੇ ਉਹ ਜਿਹੜੀ ਗੁਰਤਾ ਗੱਦੀ ਦੀ ਰਸਮ ਅਦਾ ਕੀਤੀ ਗਈ, ਉਹਦੇ ਵਿੱਚ ਸਭ ਤੋਂ ਅੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ ਰੱਖਿਆ ਗਿਆ। ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਨਮਸਕਾਰ ਕਰਦੇ ਤੇ ਫਿਰ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਕਰਤਾਰਪੁਰ ਤੋਂ ਚੱਲ ਕੇ ਖੰਡੂਰ ਸਾਹਿਬ ਦੀ ਧਰਤੀ ਦੇ ਉੱਪਰ ਆਣ ਕੇ ਮਾਤਾ ਸਭਰਾਈ ਦੇ ਘਰ ਟਿਕ ਜਾਂਦੇ, ਤੇ ਉਦੋਂ ਵੀ ਜਦੋਂ ਸਿੱਖ ਸੰਗਤਾਂ ਵਿਆਕੁਲ ਹੋ ਗਈਆਂ, ਸਤਿਗੁਰੂ ਕਿੱਥੇ ਚਲੇ ਗਏ, ਉਹਨਾਂ ਦੀ ਨਿਗਾਹ ਪਈ ਉਸ ਵਕਤ ਕਿ ਬਾਬਾ ਬੁੱਢਾ ਸਾਹਿਬ ਜੀ ਹੀ ਲੱਭ ਸਕਦੇ, ਹੋਰ ਕੋਈ ਨਹੀਂ। ਬਾਬਾ ਬੁੱਢਾ ਸਾਹਿਬ ਕੋਲ ਆਏ, ਉਹਨਾਂ ਨੇ ਉਸੇ ਵਕਤ ਜਾ ਕੇ ਤੇ ਉੱਥੇ ਮਾਤਾ ਸਭਰਾਈ ਦੇ ਘਰ ਦੇ ਬਾਹਰ ਬੈਠ ਕੇ ਉਹਨਾਂ ਨੇ ਕੀਰਤਨ ਕਰਨਾ ਸ਼ੁਰੂ ਕਰਤਾ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਤੇ ਜਿਹੜੇ ਗੁਰੂ ਅੰਗਦ ਸਾਹਿਬ ਮਹਾਰਾਜ ਅੰਦਰ ਕਮਰੇ ਦੇ ਅੰਦਰ ਦਰਵਾਜ਼ਾ ਬੰਦ ਕਰਕੇ ਬੈਠੇ ਸੀ, ਸਤਿਗੁਰੂ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਏ। ਸਿੱਖਾਂ ਨੇ ਕਿਹਾ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਸੀ? ਕਹਿਣ ਲੱਗੇ, ਮੈਨੂੰ ਪਤਾ ਸੀ ਬਾਬੇ ਨਾਨਕ ਦੀ ਬਾਣੀ ਗਾਈ ਜਾ ਰਹੀ ਹੋਵੇ ਤੇ ਸਤਿਗੁਰੂ ਅੰਦਰ ਨਹੀਂ ਬੈਠ ਸਕਦੇ, ਸੰਗਤ ਵਿੱਚ ਆਉਣਗੇ। ਇਸੇ ਤਰ੍ਹਾਂ ਹੀ ਹੋਇਆ, ਗੁਰੂ ਅੰਗਦ ਸਾਹਿਬ ਮਹਾਰਾਜ ਸੰਗਤ ਵਿੱਚ ਆਣ ਕੇ ਬੈਠ ਗਏ। ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਸਿੱਖ ਸੰਗਤਾਂ ਨੇ ਨਮਸਕਾਰ ਕੀਤੇ, ਤੇ ਜਦੋਂ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਸਤਿਗੁਰੂ ਮੈਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਚਨ ਕੈਸੇ, ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦਿਓ। ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਕੋਲੋਂ ਨਵਾਜਿਆ ਹੋਵੇ ਉਹਨੂੰ ਮੈਂ ਕੀ ਉਪਦੇਸ਼ ਦੇ ਸਕਦਾ ਹਾਂ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜਿੰਨੇ ਵੀ ਸਿੱਖੀ ਦੇ ਮਹਾਨ ਕਾਰਜ ਕੀਤੇ ਹੋਣ, ਉਹਨਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਸ਼ਾਮਲ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਆਏ, ਉਦੋਂ ਵੀ ਜਿੰਨੇ ਸਿੱਖੀ ਦੇ ਮਹਾਨ ਕਾਰਜ ਕੀਤੇ ਹੋਣ, ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਵਿੱਚ ਸ਼ਾਮਲ। ਚਾਹੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦਾ ਨਿਰਮਾਣ ਕੀਤਾ ਗਿਆ ਹੋਵੇ, ਚਾਹੇ ਕੋਈ ਵੀ ਕਾਰਜ ਹੋਵੇ, ਉਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਹਰ ਥਾਂ ਦੇ ਉੱਪਰ ਤੇ ਹਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਸੇਵਾ ਦਾ ਕਾਰਜ ਕਰਦੇ ਰਹੇ। ਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ। ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਅੰਮ੍ਰਿਤ ਸਰੋਵਰ ਉੱਥੇ ਬਣਾਇਆ ਤੇ ਉਹਦੇ ਵਿੱਚ ਵੀ ਬਾਬਾ ਬੁੱਢਾ ਸਾਹਿਬ ਆਪ ਆਪਣੇ ਸਿਰ ਦੇ ਉੱਪਰ ਟੋਕਰੀਆਂ ਢੋ ਢੋ ਕੇ ਸੇਵਾ ਕਰਦੇ ਰਹੇ। ਅੱਜ ਵੀ ਜਦੋਂ ਆਪਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਪਰਿਕਰਮਾ ਕਰਦੇ ਹਾਂ, ਇੱਕ ਬੇਰੀ ਦਾ ਨਾਮ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਦੇ ਉੱਪਰ ਹੈ, ਔਰ ਕਿਹਾ ਜਾਂਦਾ ਹੈ ਕਿ ਉੱਥੇ ਬੈਠ ਕੇ ਬਾਬਾ ਬੁੱਢਾ ਸਾਹਿਬ ਸੇਵਾ ਕਰਦੇ ਤੇ ਨਾਲੇ ਸਿੱਖ ਸੰਗਤਾਂ ਦੇ ਕੋਲੋਂ ਸੇਵਾ ਕਰਵਾਇਆ ਕਰਦੇ ਸਨ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼ੁਭਾਏਮਾਨ ਹੋਏ, ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ ਤੇ ਬਾਬਾ ਪ੍ਰਿਥੀ ਚੰਦ ਝਗੜਾ ਖੜਾ ਕਰ ਲੈਂਦਾ ਹੈ, ਲੜਾਈ ਪਾ ਦਿੰਦਾ ਹੈ। ਕਹਿੰਦਾ ਕਿ ਹੱਕਦਾਰ ਮੇਰਾ ਮੈਂ ਹਾਂ, ਮੇਰਾ ਹੱਕ ਬਣਦਾ ਵੱਡਾ ਮੈਂ ਗੁਰਤਾ ਗੱਦੀ ਤੇ ਬੈਠਾਂਗਾ। ਬਾਬਾ ਬੁੱਢਾ ਸਾਹਿਬ ਜੀ ਬੜੀ ਸਿਆਣਪ ਦੇ ਨਾਲ 2 ਦਸਤਾਰਾਂ ਲੈ ਕੇ ਆਉਂਦੇ। ਜਿਹੜੀ ਘਰ ਦੀ ਜ਼ਿੰਮੇਵਾਰੀ ਦੀ ਦਸਤਾਰ ਹੈ ਉਹ ਬਾਬੇ ਪ੍ਰਿਥੀ ਚੰਦ ਨੂੰ ਬੰਨੀ ਜਾਂਦੀ, ਤੇ ਜਿਹੜੀ ਗੁਰਤਾ ਗੱਦੀ ਦੀ ਦਸਤਾਰ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੰਨੀ ਜਾਂਦੀ। ਭਾਵੇਂ ਕਿ ਉੱਥੇ ਵੀ ਬਾਬੇ ਪ੍ਰਿਥੀ ਚੰਦ ਨੇ ਝਗੜਾ ਪਾਇਆ, ਅੰਮ੍ਰਿਤਸਰ ਦੇ ਵਿੱਚ ਆਣ ਕੇ ਬਾਬੇ ਪ੍ਰਿਥੀ ਚੰਦ ਨੇ ਆਪਣੇ ਮਸੰਦਾਂ ਦੇ ਰਾਹੀਂ ਜਿਹੜੀ ਕਾਰ ਭੇਟਾ ਆਉਣੀ ਉਹ ਸਾਰੀ ਇਕੱਠੀ ਕਰ ਲੈਣੀ। ਜਦੋਂ ਪ੍ਰਸ਼ਾਦਾ ਲੰਗਰ ਪਾਣੀ ਛਕਾਉਣ ਦੀ ਗੱਲ ਹੋਣੀ, ਉਦੋਂ ਉਹਨੇ ਜਿੰਨੀ ਵੀ ਸੰਗਤ ਹੋਣੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਤੋਰ ਦੇਣੀ।
गुरु का लंगर मस्ताना होने लग गया, वादे पैन लग गया। सतगुरु गुरु अर्जन साहब महाराज नूं आप कई दिन चने खा के ते गुजारा करना पिया। जदों बाबा बुढ़ा साहब जी नूं बीड़ बाबा बुढ़ा साहब विखे पता लगा, उस वक्त बजुर्ग अवस्था दे विच भी अपने हाथ विच डंडा पकड़ लिया, अमृतसर तो बाहर निकले। आउण वालियां संगतां दे रस्ते दे विच जाके बाबा बुढ़ा साहब ने चादर विछा दित्ती। कहन लगे, आई है संगत, जिन्नी भी भेटा लैके आए हो इस मेरी चादर दे उपर रख दिओ। किसी ने किंतु नहीं किया। सारियां क्या भी जो बाबा बुढ़ा साहब कहंदे वो सत है, क्योंकि जिन्हें आदि गुरु नानक तो लैके दर्शन किए होण, जिन्हें पहले 4 गुरु साहबान की भी सेवा कमाई होवे, जो ओ बाबा बुढ़ा कवेगा वो सत है। संगत ने कार भेटा बाबा बुढ़ा साहब के अगे अर्पण कर देनी, ते बाबा बुढ़ा साहब जी ने दसिया भी असली गुरु पृथ्वी चंद नहीं है, बल्कि गुरु अर्जन साहब महाराज है। बाबा बुढ़ा साहब की प्रेरणा सदका दोबारा संगतां गुरु अर्जन साहब महाराज के दरबार विच आउण लगियां। गुरु अर्जन साहब महाराज ने भी जिन्ने सिੱਖੀ ਦੇ कारज किए, हर कारज दे विच बाबा बुढ़ा साहब जी आप शामिल सन। जदों उन्होंने सब तो वड्डा कारज किया, आदि श्री गुरु ग्रंथ साहब जी की रचना की गई, संपादना की गई। रामसर सरोवर के कंढे ते बैठ के ते आईयां होईयां संगतां नूं उपदेश भी बाबा बुढ़ा साहब जी दिया करते सन। जदों फिर आदि श्री गुरु ग्रंथ साहब महाराज का स्वरूप तैयार हो गया, ते आखिरी रात रामसर सरोवर के कंढे के उपर सतगुरु बराजे, ते रात के वक्त सारियां सिख संगतां लिटियां होईयां सी, ते सतगुरु लभदे फिरदे कि कल नूं इस ग्रंथ साहब की ताबिया दे विच किहनूं बिठाउणा है। कौन होवे जिहड़ा इस ग्रंथ की ताबिया च बैठे, जिन्हों ग्रंथी लाया जाए। गुरु अर्जन साहब महाराज का ध्यान गया कि बेदियां दे विचों किसे नूं ला दईए, त्रिणां दे विचों किसे नूं ला दईए, भल्लियां नूं लाईए जां सोढियां नूं। फिर सतगुरु सोचते मता कल नूं कहण के मालक ही असीं हां, ते सारियां तो बाद फिर निगाह जांदी है श्री नानक को दर्शन कीन, अस बुढ़ा विच सेवा परवीण। जिन्हें आदि गुरु नानक तो लैके दर्शन किए होण, जिन्हें 4 गुरुआं दे समय घालना घाली होवे, वो बाबा बुढ़ा साहब ही हो सकते, होर दूसरा कोई नहीं हो सकता। ग्रंथ साहब जी दे पावन स्वरूप नूं बाबा बुढ़ा साहब जी दे सीस दे उपर ही शुभायमान किया गया। श्री दरबार साहब दे अंदर आण के गुरु अर्जन साहब महाराज ने बाबा बुढ़ा साहब नूं ताबिया दे विच बिठाया, ते क्या बुढ़ा साहिब खोलो ग्रंथ, लेहो आवाज सुने सब पंथ, अदब संग तब ग्रंथ सो खोला, ले आवाज बुढ़ा मुख बोला। ते की बोले सी, सोही महला पंजवा, संतां के कारज आप खलोआ, हर काम करावन आया राम। बाबा बुढ़ा साहब जी ने पहला पावन मुख वाक लिया। श्री दरबार साहब जी के पहले मुख ग्रंथी की जिम्मेवारी भी बाबा बुढ़ा साहब जी नूं दिती गई। फिर कली शांति नहीं, पहल गुरु अर्जन साहब महाराज तक केवल धर्म की गल की गई, केवल शांति की नाम की गल की गई। पर गुरु अर्जन साहब महाराज जी ने वो भी समा देखा जदों फिर शहादतां देनियां पईयां। बाबा बुढ़ा साहब भी एक ऐसे सिख हैं जिन्हां ने धर्म का वो युग भी वेख्या, ते जिन्हां ने फिर शहादत वाला समा भी वेख्या। उन्होंने अपने कन्नां दे नाल सुनिया सारा वरतांत, जो कुछ उत्थे लाहौर की धरती ते वापरिया। जदों गुरु अर्जन साहब महाराज श्री अमृतसर तो चलन लगे सन, ते जाण तो पहला कह के गए कि अगली गुरता गद्दी का वारस गुरु हरगोबिंद साहब होवेगा, ते नाल अगली गल भी कह दी, बेटा हरगोबिंद कोई भी काम करना होवे ते काम करन तो पहला प्रथम सिख बाबा बुढ़ा साहब जी की सलाह जरूर लैनी है। इन्हां नूं पुछना है हर काम करन तो पहला, चाहे गुरु हरगोबिंद साहब महाराज जी की हर प्रकार की विद्या की गल होवे, ते जदों विद्या की गल आई
उदण भी गुरु अर्जन साहब महाराज ने कहा सी बाबा जी तुसी मेरे पुत्र नूं विद्या पढ़ा दिओ। ते बाबा बुढ़ा साहब कहन लगे कहंदे मैं की पढ़ा सकदा, मैं ते खुद अनपढ़ हाँ। गुरु अर्जन साहब महाराज कहन लगे बस बाबा जी ओही प्रेम दे अखर पढ़ा दिओ जिहड़े तुसी गुरु नानक साहब महाराज तो पढ़े है। पर बाबा बुढ़ा साहब ने गुरु हरगोबिंद साहब महाराज नूं हर तरह की विद्या, चाहे वह संसारी विद्या, चाहे वह धर्म की विद्या, शस्त्र विद्या, घोड़ सवारी, नेजेबाजी, तलवारबाजी, हर तरह की विद्या जिहड़ी सी बाबा बुढ़ा साहब जी ने गुरु हरगोबिंद साहब नूं सिखाई। गुरु अर्जन साहब महाराज शहीद हो गए, गुरता गद्दी के उपर विराजमान होए ने गुरु हरगोबिंद साहब महाराज। ते फिर जदों गुरु हरगोबिंद साहब महाराज गुरता गद्दी ते शोभायमान होए, गुरु हरगोबिंद साहब महाराज जी के गल विच 2 तलवारां धारण करवाईयां गईयां ते वो 2 किरपानां धारण करवाउण वाले भी बाबा बुढ़ा साहब जी सन। जदों फिर गुरु हरगोबिंद साहब महाराज ने कहा कि इस जालम हकूमत जिहड़ी जुल्म कर रही है इहदे बराबर दा तख्त सिरजिया जाएगा। ते जिदन श्री अकाल तख्त साहब की रचना करन दी गल आई उदन भी किसी मिस्त्री ने किसी होर ने हाथ नहीं लाया, बल्कि गुरु हरगोबिंद साहब महाराज कहंदे ने इस अकाल दे तख्त की सिरजना भी बजुर्ग बाबा बुढ़ा साहब जी करनगे। भाई गुरदास साहब, बाबा बुढ़ा साहब जी ते गुरु हरगोबिंद साहब ने मिल के एक तख्त तैयार किया जिन्हों पहला अकाल बुंगा हुण असीं श्री अकाल तख्त साहब कहने हैं। साडे इतिहास दे बचन ने वो कहंदे किसी राज ने हाथ लगायो बूढ़ा और गुरदास बनायो। कहंदे बाबा बुढ़ा साहब ते भाई गुरदास साहब जी ने श्री अकाल तख्त साहब की रचना की है। फिर बाबा बुढ़ा साहब जी ने हर कारज दे विच गुरु हरगोबिंद साहब महाराज दे नाल साथ दिता है। जदों फिर उम्र वडेरी हो गई, बजुर्ग हो गए, ते गुरु हरगोबिंद साहब महाराज नूं बेनती की कि किरपा करो मैं हुण अपने नगर रमदास दे विच चलिया जावां। नाले अगली बेनती की जदों इस तन नूं छड्डना होया ते मैं सुनेहा भेजां ते किरपा करके आण के दिदारे दिओ जे इत्थे रामदास दी धरती ते अंतम पल बतीत कीते। इत्थे बाबा बुढ़ा साहब रहिंदे रहे, अकाल पुरख वाहिगुरु जी की भगती दे विच जुड़ते गए। बल्कि इत्थे भी गुरु साहबान सतगुरु गुरु रामदास महाराज जदों भी कोई बाबा बुढ़ा साहब जी के घर खुशी का प्रोग्राम हुंदा, कोई समागम हुंदा, वख-वख गुरु साहबान इत्थे आण के चरण पाउंदे रहे। ये तां ही रामदास गुरु रामदास महाराज जी के नाम के उपर वसाया होया नगर सी। इस तो पहले इनू झंडा रामदासपुर भी कहा जाता सी। झंडे का भाव कि बाबा बुढ़ा साहब जी के पोतरे का नाम सी बाबा झंडा जी, झंडा रामदासपुर। पर गुरु रामदास महाराज जी के नाम ते वसिया होया नगर रामदासपुर है। ते सतगुरु गुरु हरगोबिंद साहब महाराज जी नूं जदों सुनेहा गया कि बाबा बुढ़ा साहब जी याद करते हैं तो गुरु हरगोबिंद साहब महाराज चले सिखां समेत बाबा बुढ़ा साहब नूं मिलण वास्ते पहुँचे। एक रात उन्हां दे कोल बतीत कीती ते रात बतीत करके साचे से उन्हां दी गोद विच बैठ के उन्हां दे कोल बैठ के बाबा बुढ़ा साहब जी ने अंतिम सवास त्यागे। ते ये भी सच है, अपने हथीं सतगुरु गुरु हरगोबिंद साहब महाराज ने सारियां अंतिम क्रियावां जिहड़ियां अपने हथीं कीतियां। बाबा बुढ़ा साहब वो सिੱਖੀ दी महान शख्सियत है जिहदे बारे फिर भाई गुरदास साहब कहंदे ने चरण शरण चल जाए सिख तां चरण शरण जगत चल आवे। कहंदे जे कोई गुरु दी शरण विच जांदा है ना सिख ते फिर सारा संसार एक दिन ओदी शरण विच आ जांदा है। जिवें बाबा बुढ़ा साहब सतगुरु दी शरण विच गए, अज सारा संसार उन्हां दी शरण विच जांदा है, उन्हां नूं जाके झुकदा है। 12 साल की उम्र विच गुरु की शरण विच आए, कुल 125 साल की उम्र बतीत की, भाव 113 साल
ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਲੇਖੇ ਲਾ ਦਿੱਤੇ। 113 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਸੇਵਾ ਨੂੰ ਕਮਾਇਆ। ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਜਨਮ ਦਿਹਾੜਾ ਹੈ। ਸਮੁੱਚਾ ਸਿੱਖ ਪੰਥ ਉਹਨਾਂ ਦੀ ਕਰਨੀ ਨੂੰ ਯਾਦ ਕਰ ਰਿਹਾ ਹੈ। ਆਪ ਸੰਗਤਾਂ ਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ।